Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਗੌੜੀ ਮਹਿਲਾ ਪੰਜਵਾਂ। ਕੋਟ ਮਜਨ ਕੀਨੋ ਇਸਨਾਨ, ਲਾਖ ਅਰਬ ਖਰਬ ਦੀਨੋ ਦਾਨ, ਜਾ ਮਨ ਬਸਿਓ ਹਰ ਕੋ ਨਾਮ। ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ, ਉਸ ਨੂੰ ਮੰਨ ਲਓ ਕਿ ਕਰੋੜਾਂ ਹੀ ਤੀਰਥਾਂ ਦੇ ਇਸ਼ਨਾਨ ਦਾ ਫਲ ਹਾਸਲ ਕਰ ਲਿਆ, ਅਰਬਾਂ ਖਰਬਾਂ ਰੁਪਏ ਦੇ ਦਾਨ ਦਾ ਵੀ ਫਲ ਹਾਸਲ ਕਰ ਲਿਆ। ਜੋ ਤੀਰਥ ਕੀਤੇ ਜਾਂਦੇ ਹਨ, ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕੀਤਾ ਜਾਂਦਾ ਹੈ। ਕਿਉਂ ਕੀਤਾ ਜਾਂਦਾ ਹੈ? ਤਾਂ ਕਿ ਪਾਪ ਧੋਏ ਜਾ ਸਕਣ। ਜਾਂ ਜੋ ਦਾਨ ਪੁੰਨ ਹੈ ਕਿਉਂ ਕੀਤਾ ਜਾਂਦਾ ਹੈ? ਤਾਂ ਕਿ ਪਾਪ ਕੱਟੇ ਜਾ ਸਕਣ। ਸੋ ਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਪ੍ਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਵਸਾ ਲਓ। ਕੋਈ ਦਾਨ ਪੁੰਨ ਕਰਨ ਦੀ ਲੋੜ ਨਹੀਂ ਤੇ ਕੋਈ ਇਸ਼ਨਾਨ ਕਰਨ ਦੀ ਲੋੜ ਨਹੀਂ। ਦੋਹਾਂ ਦਾ ਹੀ ਸੁੱਖ ਤੁਸੀਂ ਪ੍ਰਾਪਤ ਕਰ ਲਵੋਗੇ। ਸਗਲ ਪਵਿੱਤ ਗੁਣ ਗਾਏ ਗੋਪਾਲ, ਪਾਪ ਮਿਟੇ ਸਾਧੂ ਸਰਨ ਦਇਆਲ ਰਹਾਓ। ਸ੍ਰਿਸ਼ਟੀ ਦੇ ਪਾਲਣਹਾਰ ਪ੍ਰਮਾਤਮਾ ਦੇ ਗੁਣ ਗਾ ਕੇ ਮਨੁੱਖ ਪਵਿੱਤਰ ਹੋ ਜਾਂਦੇ ਹਨ ਤੇ ਦਇਆਲ ਗੁਰੂ ਦੀ ਸ਼ਰਨ ਦੇ ਵਿੱਚ ਪਿਆ ਸਾਰੇ ਪਾਪ ਮਿਟ ਜਾਂਦੇ ਹਨ। ਮਨ ਵਿਕਾਰਾਂ ਤੋਂ, ਪਾਪਾਂ ਤੋਂ ਰਹਿਤ ਹੋ ਜਾਂਦਾ ਹੈ। ਬਹੁਤ ਉਰਦ ਤਪ ਸਾਧਨ ਸਾਧੇ, ਅਨੇਕ ਲਾਭ ਮਨੋਰਥ ਲਾਦੇ, ਹਰ ਹਰ ਨਾਮ ਰਸਨ ਅਰਾਧੇ। ਕਿ ਜਦੋਂ ਤੁਸੀਂ ਆਪਣੀ ਰਸਨਾ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਜਪਦੇ ਹੋ ਤਾਂ ਤੁਸੀਂ ਪੁੱਠੇ ਲਟਕਣ ਵਾਲੇ ਤਪਾਂ ਦਾ ਫਲ ਵੀ ਹਾਸਲ ਕਰ ਲੈਂਦੇ ਹੋ ਤੇ ਹੋਰ ਅਨੇਕਾਂ ਪ੍ਰਕਾਰ ਦੇ ਲਾਭ ਹਾਸਲ ਕਰ ਲੈਂਦੇ ਹੋ, ਆਪਣੇ ਮਨੋਰਥ ਪੂਰੇ ਕਰ ਲੈਂਦੇ ਹੋ। ਸਿਮਰਤ ਸਾਸਤ ਵੇਦ ਬਖਾਨੇ, ਜੋਗ ਗਿਆਨ ਸਿੱਧ ਸੁਖ ਜਾਣੇ, ਨਾਮ ਜਪਤ ਪ੍ਰਭ ਸਿਓ ਮਨ ਮਾਨੇ। ਅਨੇਕਾਂ ਹੀ ਸਮਿਰਤੀਆਂ ਤੇ ਸ਼ਾਸਤਰ ਹਨ, ਵੇਦ ਹਨ। ਉਹਨਾਂ ਸਭ ਦੇ ਵਿੱਚ ਤੁਹਾਨੂੰ ਗਿਆਨ ਬਖਸ਼ਿਆ ਗਿਆ ਹੈ। ਤੇ ਗੁਰੂ ਜੀ ਕਹਿੰਦੇ ਕਿ ਜੇਕਰ ਤੁਸੀਂ ਆਪਣੇ ਮਨ ਨੂੰ ਉਸ ਪਰਮਾਤਮਾ ਦੇ ਨਾਲ ਮਨਾ ਲਵੋ, ਉਸ ਪਰਮਾਤਮਾ ਦੇ ਨਾਲ ਸਾਂਝ ਬਣਾ ਲਵੋ, ਉਹਨੂੰ ਸਮਝ ਲਵੋ, ਤਾਂ ਸਮਝ ਲਿਓ ਕਿ ਤੁਹਾਨੂੰ ਅਨੇਕਾਂ ਸਮਿਰਤੀਆਂ, ਸ਼ਾਸਤਰਾਂ, ਵੇਦਾਂ ਦਾ ਗਿਆਨ ਹਾਸਲ ਹੋ ਗਿਆ। ਜੋਗ ਦੀਆਂ ਜਿਹੜੀਆਂ ਗੁੰਝਲਾਂ ਨੇ ਉਹ ਵੀ ਹਾਸਲ ਹੋ ਗਈਆਂ ਤੇ ਤੁਸੀਂ ਸੁੱਖ ਪ੍ਰਾਪਤ ਕਰ ਲਓਗੇ। ਅਗਾਧ ਬੋਧ ਹਰ ਅਗਮ ਅਪਾਰੇ, ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਨਕ ਕਉ ਪ੍ਰਭ ਕਿਰਪਾ ਧਾਰੇ। ਅਗਾਧ ਬੋਧ ਸ਼ਬਦ ਪ੍ਰਮਾਤਮਾ ਨੂੰ ਸੰਬੋਧਨ ਕਰਨ ਦੇ ਲਈ ਵਰਤਿਆ ਗਿਆ ਹੈ। ਇਸ ਤੋਂ ਭਾਵ ਹੈ ਅਥਾਹ ਹਸਤੀ ਵਾਲਾ, ਅਪਹੁੰਚ, ਬੇਅੰਤ ਪ੍ਰਮਾਤਮਾ। ਅਜਿਹੇ ਪ੍ਰਮਾਤਮਾ ਦਾ ਜਦੋਂ ਅਸੀਂ ਨਾਮ ਜਪਦੇ ਹਾਂ, ਆਪਣੇ ਹਿਰਦਿਆਂ ਦੇ ਵਿੱਚ ਉਹਦੇ ਨਾਮ ਦੀ ਵਿਚਾਰ ਕਰਦੇ ਹਾਂ, ਤਾਂ ਅਸੀਂ ਆਨੰਦਿਤ ਹੋ ਜਾਂਦੇ ਹਾਂ। ਪਰ ਇਹ ਜੋ ਅਵਸਥਾ ਹੈ, ਇਹ ਜੋ ਮੌਕਾ ਹੈ, ਇਹ ਅਵਸਰ ਹੈ, ਇਹ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਤੇ ਆਖਰੀ ਪੰਕਤੀ ਦੇ ਵਿੱਚ ਕਿ ਨਾਨਕ ਕਉ ਪ੍ਰਭ ਕਿਰਪਾ ਧਾਰੇ, ਗੁਰੂ ਜੀ ਇਹੀ ਅਰਦਾਸ ਉਸ ਪ੍ਰਮਾਤਮਾ ਅੱਗੇ ਕਰਦੇ ਪਏ ਹਨ ਕਿ ਹੇ ਪ੍ਰਮਾਤਮਾ, ਨਾਨਕ ਦੇ ਉੱਪਰ ਵੀ ਉਹ ਕਿਰਪਾ ਕਰ ਕਿ ਉਹ ਤੇਰਾ ਨਾਮ ਜਪ ਸਕੇ। ਗੌੜੀ ਮਹਿਲਾ ਪੰਜਵਾਂ। ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਵਸਾਇਆ। ਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਉਹਨੂੰ ਸਿਮਰ ਸਿਮਰ ਕੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੈ ਅਰਾਧ ਮੇਰਾ ਮਨ ਧੀਰਾ ਰਹਾਓ। ਉਹ ਗੋਬਿੰਦ ਪ੍ਰਮਾਤਮਾ ਪਾਰ ਬ੍ਰਹਮ ਹੈ, ਪੂਰਾ ਹੈ, ਸੰਪੂਰਨ ਹੈ, ਤੇ ਉਹਨੂੰ ਅਰਾਧ ਕੇ ਉਹਦੀ ਭਗਤੀ ਕਰਕੇ ਮੇਰੇ ਮਨ ਦੇ ਵਿੱਚ ਧੀਰਜ ਆਉਂਦਾ ਹੈ। ਅਨ ਦਿਨ ਜਪੋ ਗੁਰੂ ਗੁਰਨਾਮ, ਤਾਤੇ ਸਿੱਧ ਭਏ ਸਗਲ ਕਾਮ। ਕਿ ਮੈਂ ਹਰ ਰੋਜ਼
ਉਸ ਪਰਮਾਤਮਾ ਦਾ ਨਾਮ ਜਪਦਾ ਹਾਂ। ਆਪਣੇ ਗੁਰੂ ਦੇ ਨਾਲ ਮਿਲ ਕੇ, ਗੁਰੂ ਤੋਂ ਸਿੱਖ ਕੇ ਉਸ ਪਰਮਾਤਮਾ ਦਾ ਨਾਮ ਲੈਂਦਾ ਹਾਂ, ਤੇ ਇਸ ਪ੍ਰਕਾਰ ਮੇਰੇ ਸਗਲ ਹੀ ਕਾਮ, ਮੇਰੇ ਸਾਰੇ ਹੀ ਕੰਮ ਸਿੱਧੇ ਪੈ ਜਾਂਦੇ ਹਨ, ਸਿੱਧੇ ਹੋ ਜਾਂਦੇ ਹਨ, ਸਹੀ ਹੋ ਜਾਂਦੇ ਹਨ, ਸੰਵਰ ਜਾਂਦੇ ਹਨ। ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਜਦ ਮੈਂ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹਾਂ ਆਪਣੇ ਮਨ ਦੀਆਂ ਅੱਖਾਂ ਦੇ ਨਾਲ, ਤਾਂ ਮੇਰੇ ਮਨ ਦੇ ਵਿੱਚ ਠੰਡ ਵਰਤਦੀ ਹੈ, ਮੇਰਾ ਮਨ ਸ਼ੀਤਲ ਹੋ ਜਾਂਦਾ ਹੈ, ਤੇ ਜਨਮ ਜਨਮਾਂਤਰਾਂ ਤੋਂ ਆਪਣੇ ਮਨ ਦੇ ਵਿੱਚ ਇਕੱਠੇ ਕੀਤੇ ਹੋਏ ਪਾਪ ਉਹ ਚਲੇ ਜਾਂਦੇ ਹਨ। ਜਨਮ ਜਨਮ ਕੇ ਕਿਲ ਵਿਖ ਗਏ, ਕਿ ਜਨਮ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਹਨ। ਕਹੋ ਨਾਨਕ ਕਹਾ ਭੈ ਭਾਈ, ਆਪਣੇ ਸੇਵਕ ਕੀ ਆਪ ਪੈਜ ਰਖਾਈ। ਕਿ ਆਪਣੇ ਸੇਵਕਾਂ ਦੀ ਇੱਜ਼ਤ ਉਹ ਪ੍ਰਮਾਤਮਾ ਆਪ ਰੱਖਦਾ ਹੈ। ਤਾਂ ਹੇ ਨਾਨਕ, ਇਹ ਆਖ ਕੇ ਹੇ ਭਾਈ ਡਰ ਕਿੱਥੇ ਰਹਿ ਜਾਂਦਾ ਹੈ। ਇੱਕ ਸਵਾਲੀਆ ਤੌਰ ਤੇ ਗੁਰੂ ਜੀ ਨੇ ਗੱਲ ਕਹੀ ਹੈ ਕਿ ਡਰ ਕਿੱਥੇ ਰਹਿ ਜਾਂਦਾ ਹੈ। ਕਹਾਂ ਭੈ ਭਾਈ, ਕਿ ਹੇ ਭਾਈ ਡਰ ਕਿੱਥੇ ਹੈ। ਭਾਵ ਕਿ ਜਦ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਦੇ ਹਾਂ, ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਹਾਂ, ਤਾਂ ਡਰ ਸਾਡੇ ਨੇੜੇ ਨਹੀਂ ਟੁੱਕਦਾ। ਅਸੀਂ ਡਰ ਤੋਂ ਬਹੁਤ ਉੱਪਰ ਉੱਠ ਜਾਂਦੇ ਹਾਂ। ਗੌੜੀ ਮਹਿਲਾ ਪੰਜਵਾਂ। ਆਪਣੇ ਸੇਵਕ ਕੋ ਆਪ ਸਹਾਈ, ਨਿਤ ਪ੍ਰਤਪਾਰੈ ਬਾਪ ਜੈਸੇ ਮਾਈ। ਆਪਣੇ ਸੇਵਕਾਂ ਦੇ ਵਾਸਤੇ ਉਹ ਪ੍ਰਮਾਤਮਾ ਖੁਦ ਮਦਦਗਾਰ ਬਣਦਾ ਹੈ, ਸਹਾਈ ਬਣਦਾ ਹੈ, ਤੇ ਆਪਣੇ ਸੇਵਕਾਂ ਦੀ ਪਾਲਣਾ ਕਰਦਾ ਹੈ। ਪ੍ਰਤਪਾਰਾ ਤੋਂ ਭਾਵ ਪਾਲਣ ਕਰਨਾ। ਜਿਸ ਪ੍ਰਕਾਰ ਮਾਂ ਬਾਪ ਬੱਚੇ ਦੀ ਸਾਂਭ ਸੰਭਾਲ ਕਰਦੇ ਹਨ, ਉਸੇ ਪ੍ਰਕਾਰ ਹੀ ਪ੍ਰਮਾਤਮਾ ਇਸ ਸ੍ਰਿਸ਼ਟੀ ਦੇ ਜੀਵਾਂ ਦੀ ਸਾਂਭ ਸੰਭਾਲ ਕਰਦਾ ਹੈ। ਪ੍ਰਭ ਕੀ ਸਰਨ ਉਬਰੈ ਸਭ ਕੋਇ, ਕਰਨ ਕਰਾਵਣ ਪੂਰਨ ਸੱਚ ਸੋਏ ਰਹਾਓ। ਜਦੋਂ ਮਨੁੱਖ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਜਾਂਦਾ ਹੈ, ਤਾਂ ਉਹ ਵਿਕਾਰਾਂ ਤੋਂ, ਤ੍ਰਿਸ਼ਨਾਵਾਂ ਤੋਂ ਉੱਪਰ ਉੱਠ ਜਾਂਦਾ ਹੈ, ਉੱਭਰ ਜਾਂਦਾ ਹੈ, ਤੇ ਉਹਨੂੰ ਇਸ ਗੱਲ ਦਾ ਨਿਸ਼ਚਾ ਹੋ ਜਾਂਦਾ ਹੈ ਕਿ ਸੰਪੂਰਨ ਸੱਚ ਸਿਰਫ ਉਹ ਪ੍ਰਮਾਤਮਾ ਹੈ, ਤੇ ਉਹ ਪ੍ਰਮਾਤਮਾ ਸਭ ਕੁਝ ਕਰਨ ਦੇ ਵੀ ਸਮਰੱਥ ਹੈ, ਤੇ ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਦੇ ਵੀ ਸਮਰੱਥ ਹੈ। ਅਬ ਮਨ ਬਸਿਆ ਕਰਨਾ ਹਾਰਾ। ਗੁਰੂ ਜੀ ਕਹਿੰਦੇ ਕਿ ਹੁਣ ਮੇਰੇ ਮਨ ਦੇ ਵਿੱਚ ਉਹ ਕਰਨ ਕਰਾਵਣਹਾਰ ਸੁਆਮੀ ਪ੍ਰਮਾਤਮਾ ਵਸ ਗਿਆ ਹੈ, ਤੇ ਇਹਦਾ ਸਿੱਟਾ ਕੀ ਨਿਕਲਿਆ। ਭੈ ਬਿਨਸੇ ਆਤਮ ਸੁਖ ਸਾਰਾ। ਮੇਰੇ ਸਾਰੇ ਡਰ ਬਿਨਸ ਗਏ, ਤੇ ਮੇਰੀ ਆਤਮਾ ਦੇ ਵਿੱਚ ਢੇਰ ਸਾਰਾ ਸੁੱਖ, ਆਨੰਦ ਪੈਦਾ ਹੋ ਗਿਆ। ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਵਿਖਲਾਥੇ। ਉਹ ਪਰਮਾਤਮਾ ਖੁਦ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ, ਉਹਨਾਂ ਦੇ ਜਨਮ ਜਨਮਾਂਤਰਾਂ ਦੇ ਪਾਪਾਂ ਨੂੰ ਉਤਾਰਦਾ ਹੈ। ਕਹਿਨ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਉਸ ਪਰਮਾਤਮਾ ਦੀ ਵਡਿਆਈ ਨੂੰ ਅਸੀਂ ਕਹਿ ਨਹੀਂ ਸਕਦੇ। ਮਨੁੱਖ ਨੂੰ ਉਸ ਪਰਮਾਤਮਾ ਨੇ ਇੰਨੀ ਸਮਰੱਥਾ ਨਹੀਂ ਦਿੱਤੀ ਕਿ ਉਹ ਉਸ ਪਰਮਾਤਮਾ ਦੀ ਵਡਿਆਈ ਬਿਆਨ ਕਰ ਸਕੇ। ਸਾਡੀ ਸ਼ਬਦਾਵਲੀ ਸੀਮਤ ਹੈ। ਉਸ ਸੀਮਤ ਸ਼ਬਦਾਵਲੀ ਦੇ ਨਾਲ ਅਸੀਂ ਉਸ ਪਰਮਾਤਮਾ ਦਾ ਵਖਾਣ ਕਰਦੇ ਹਾਂ, ਉਹਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਗੁਰੂ ਜੀ ਕਹਿੰਦੇ ਕਿ ਇਹ ਵੀ ਇਨਫ ਨਹੀਂ ਹੈ। ਉਸ ਪਰਮਾਤਮਾ ਦੀ ਵਡਿਆਈ ਨੂੰ ਅਸੀਂ ਅਸਲ ਦੇ ਤੌਰ 'ਤੇ ਤਾਂ ਕਹਿ ਹੀ ਨਹੀਂ ਸਕਦੇ ਕਿ ਉਹ ਕਿੱਡਾ ਵੱਡਾ ਹੈ ਜਾਂ ਕੀ ਕੁਝ ਕਰਨ ਦੇ ਸਮਰੱਥ ਹੈ। ਇਹ ਸ੍ਰਿਸ਼ਟੀ ਬਹੁਤ ਵਿਸ਼ਾਲ ਹੈ। ਬਹੁਤੀਆਂ ਚੀਜ਼ਾਂ ਇਸ ਸ੍ਰਿਸ਼ਟੀ ਦੇ ਵਿੱਚ ਅਜਿਹੀਆਂ ਹੋਣਗੀਆਂ ਜਿਨ੍ਹਾਂ ਦੇ ਬਾਰੇ 'ਚ ਮਨੁੱਖ ਨੂੰ ਹਜੇ ਤੱਕ ਗਿਆਨ ਹੀ ਨਹੀਂ। ਸਾਨੂੰ ਸੂਰਜ ਮੰਡਲ ਦੇ ਬਾਰੇ 'ਚ ਪਤਾ ਹੈ, ਉਹਦੇ ਆਲੇ ਦੁਆਲੇ ਘੁੰਮਦੇ ਹੋਏ ਬਹੁਤ ਸਾਰੇ ਗ੍ਰਹਿਾਂ ਦੇ ਬਾਰੇ 'ਚ ਪਤਾ ਹੈ। ਈਵਨ ਕਿ ਸਾਡੀ ਗਲੈਕਸੀ ਦੇ ਬਾਰੇ 'ਚ ਵੀ ਪਤਾ ਹੈ, ਜੋ ਮਿਲਕੀ ਵੇ ਗਲੈਕਸੀ ਹੈ। ਸਾਇੰਸ ਨੇ ਇਹ ਵੀ ਪਤਾ ਕਰ ਲਿਆ ਹੈ ਕਿ ਸਾਡੀ ਗਲੈਕਸੀ ਵਰਗੀਆਂ ਹੀ ਹੋਰ ਕਈ ਗਲੈਕਸੀਆਂ ਨੇ, ਪਰ ਉਹਨਾਂ ਗਲੈਕਸੀਆਂ ਦੇ ਵਿੱਚ ਹੋ ਕੀ ਰਿਹਾ, ਉੱਥੇ ਦਾ ਮਾਹੌਲ ਕਿਹੋ ਜਿਹਾ ਹੈ, ਤੇ ਉਹ ਕਿੰਨੀਆਂ ਨੇ। ਅਸਲ ਦੇ ਵਿੱਚ ਇਹ ਸ੍ਰਿਸ਼ਟੀ ਕਿੱਡੀ ਕੁ ਵਿਸ਼ਾਲ ਹੈ, ਨਹੀਂ ਪਤਾ ਕਰ ਸਕਦੇ ਅਸੀਂ। ਨਹੀਂ ਉਸ ਪਰਮਾਤਮਾ ਨੇ ਸਾਨੂੰ ਇੰਨੀ ਸਮਰੱਥਾ ਬਖਸ਼ੀ। ਇਸ ਲਈ ਆਪਣੀ ਸੀਮਤ ਸ਼ਬਦਾਵਲੀ ਦੇ ਨਾਲ
ਜਿੰਨਾ ਕੁ ਵੀ ਉਸ ਪਰਮਾਤਮਾ ਦਾ ਅਸੀਂ ਗੁਣਗਾਨ ਕਰ ਸਕਦੇ ਹਾਂ ਕਰਨਾ ਚਾਹੀਦਾ ਹੈ, ਪਰ ਅਸਲ ਦੇ ਵਿੱਚ 100% ਉਹਦੀ ਵਡਿਆਈ ਅਸੀਂ ਕਦੇ ਵੀ ਕਰ ਨਹੀਂ ਸਕਦੇ। ਨਾਨਕ ਦਾਸ ਸਦਾ ਸਰਨਾਈ। ਇਸ ਕਰਕੇ ਜੋ ਪਰਮਾਤਮਾ ਦੇ ਸੇਵਕ ਨੇ ਉਹਨਾਂ ਦੇ ਲਈ ਇਹੀ ਸਭ ਤੋਂ ਵਧੀਆ ਰਸਤਾ ਹੈ ਕਿ ਉਹਦੀ ਸ਼ਰਨ ਦੇ ਵਿੱਚ ਪਏ ਰਹਿਣ। ਰਾਗ ਗੌੜੀ ਚੇਤੀ ਮਹਿਲਾ ਪੰਜਵਾਂ। ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। RAM ਕੋ ਬਲ ਪੂਰਨ ਭਾਈ ਤਾਤੇ ਬਿਰਥਾ ਨਾ ਵਿਆਪੈ ਕਾਈ। ਰਹਾਉ। RAM ਕੋ ਬਲ ਭਾਵ ਕੇ ਪ੍ਰਮਾਤਮਾ ਦੀ ਤਾਕਤ, ਕਿ ਪ੍ਰਮਾਤਮਾ ਦੀ ਤਾਕਤ ਹਰ ਥਾਂ ਵਰਸ ਰਹੀ ਹੈ, ਹਰ ਥਾਂ ਮੌਜੂਦ ਹੈ। ਹਰ ਜੀਵ ਦੇ ਉੱਪਰ ਉਹਦਾ ਆਪਣਾ ਇੱਕ ਪ੍ਰਭਾਵ ਹੈ। ਜਿਸ ਦੇ ਉੱਪਰ ਉਹ ਮਿਹਰ ਕਰਦਾ ਹੈ ਉਸ ਜੀਵ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਕਲੇਸ਼, ਵਿਰਥਾ ਤੋਂ ਭਾਵ ਦੁੱਖ ਕਲੇਸ਼ ਨਹੀਂ ਵਿਆਪਦਾ। ਕੋਈ ਦੁੱਖ ਕਲੇਸ਼ ਉਸ ਜੀਵ ਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਪਾਉਂਦਾ। ਤੇ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਦੀ ਮਿਹਰ ਨਹੀਂ ਹੁੰਦੀ ਉਹ ਦੁੱਖਾਂ ਕਲੇਸ਼ਾਂ ਦੇ ਵਿੱਚ ਹੀ ਘਿਰੇ ਰਹਿੰਦੇ ਹਨ। ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ। ਬਹੁਤ ਪਾਵਰਫੁਲ ਪੰਕਤੀਆਂ ਹਨ ਕਿ ਹੇ ਮੇਰੀ ਮਾਂ, ਆਪਣੇ ਮਨ ਦੇ ਵਿੱਚ ਜੋ ਪ੍ਰਮਾਤਮਾ ਦੇ ਸੇਵਕ ਹਨ ਜਾਂ ਜੋ ਜੀਵ ਹਨ, ਸਾਰੇ ਹੀ ਜੀਵ ਆਪਣੇ ਮਨ ਦੇ ਵਿੱਚ ਜੋ ਜੋ ਵੀ ਚਿਤਵਦੇ ਨੇ, ਜੋ ਜੋ ਚਿਤਾਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਜੋ ਜੋ ਵੀ ਮੰਗਾਂ ਆਉਂਦੀਆਂ ਨੇ, ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ। ਕਿ ਉਹ ਮੰਗਾਂ, ਉਹ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਉਹ ਪ੍ਰਮਾਤਮਾ ਆਪ ਹੀ ਚਿਤਾਰਦਾ ਹੈ, ਸਾਡੀ ਆਪਣੀ ਸਮਰੱਥਾ ਨਹੀਂ। ਤੁਸੀਂ ਖੁਦ ਸੋਚੋ, ਇੱਕ ਹੀ ਪਰਿਵਾਰ ਦੇ ਵਿੱਚ 2 ਬੱਚੇ ਪੈਦਾ ਹੁੰਦੇ ਹਨ, ਉਹਨਾਂ 'ਚੋਂ ਇੱਕ ਬੜਾ ਸਿਆਣਾ ਨਿਕਲਦਾ ਹੈ ਪਰ ਇੱਕ ਸਿਆਣਾ ਨਹੀਂ ਨਿਕਲਦਾ, ਗਲਤ ਕੰਮਾਂ ਦੇ ਵਿੱਚ ਪੈ ਜਾਂਦਾ ਹੈ। ਹਾਲਾਂਕਿ ਉਹਨਾਂ ਦੀ ਪਰਵਰਿਸ਼ ਇੱਕੋ ਜਿਹੀ ਹੋਈ ਸੀ, ਇੱਕੋ ਜਿਹੀ ਉਹਨਾਂ ਨੂੰ ਸਿੱਖਿਆ ਮਿਲੀ, ਇੱਕੋ ਜਿਹੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਵਸਰ ਮਿਲੇ, ਪਰ ਇੱਕ ਨੇ ਚੰਗਾ ਰਾਹ ਅਖਤਿਆਰ ਕੀਤਾ, ਦੂਜੇ ਨੇ ਨਹੀਂ ਕੀਤਾ। ਕਿਉਂ? ਫਰਕ ਕਿੱਥੇ ਰਹਿ ਗਿਆ? ਫਰਕ ਰਹਿ ਗਿਆ ਕਿ ਇੱਕ ਦੇ ਉੱਪਰ ਪ੍ਰਮਾਤਮਾ ਨੇ ਮਿਹਰ ਕੀਤੀ, ਦੂਜੇ ਉੱਪਰ ਨਹੀਂ ਕੀਤੀ। ਜਿਸ ਦੇ ਉੱਪਰ ਮਿਹਰ ਕੀਤੀ ਉਹਦੇ ਮਨ ਦੇ ਵਿੱਚ ਪ੍ਰਮਾਤਮਾ ਨੇ ਚੰਗੇ ਚੰਗੇ ਵਿਚਾਰ ਹੀ ਉਪਜੇ ਤੇ ਦੂਸਰੇ ਦੇ ਮਨ ਵਿੱਚ ਮੰਦੇ ਖਿਆਲ ਉਪਜੇ। ਤਾਂ ਪਹਿਲਾ ਚੰਗੇ ਰਸਤੇ ਪੈ ਗਿਆ, ਦੂਜਾ ਮਾੜੇ ਰਸਤੇ ਪੈ ਗਿਆ। ਇਹ ਜੋ ਖਿਆਲ, ਸਾਡੀ ਵਿਚਾਰਧਾਰਾ, ਸਾਡੀ ਸੋਚ, ਸਾਨੂੰ ਕਿਤੇ ਨਾ ਕਿਤੇ ਲੱਗਦਾ ਹੋਵੇਗਾ ਕਿ ਹਾਲਾਤਾਂ ਦੇ ਹਿਸਾਬ ਨਾਲ ਅਸੀਂ ਆਪ ਤਿਆਰ ਕਰਦੇ ਹਾਂ, ਪਰ ਨਹੀਂ। ਇੱਕੋ ਜਿਹੇ ਹਾਲਾਤਾਂ ਦੇ ਵਿੱਚ ਵੀ, ਇੱਕੋ ਜਿਹੇ ਹਾਲਾਤਾਂ ਦੇ ਵਿੱਚ ਵਿਚਰਦੇ ਹੋਏ ਵੀ ਮਨੁੱਖਾਂ ਦੀ ਸੋਚ ਦੇ ਵਿੱਚ ਬਹੁਤ ਵਖਰੇਵਾਂ ਹੁੰਦਾ ਹੈ। ਤੇ ਇਸ ਵਖਰੇਵੇਂ ਨੂੰ ਇੱਕ ਹੀ ਢੰਗ ਨਾਲ ਅਸੀਂ ਐਕਸਪਲੇਨ ਕਰ ਸਕਦੇ ਹਾਂ, ਤੇ ਉਹ ਹੈ ਕਿ ਸਾਡੀ ਸੋਚ ਪ੍ਰਮਾਤਮਾ ਤਿਆਰ ਕਰਦਾ ਹੈ। ਅਸੀਂ ਕੀ ਸੋਚਦੇ ਹਾਂ, ਕਿੱਦਾਂ ਦੇ ਵਿਚਾਰ ਸਾਡੇ ਮਨ ਦੇ ਵਿੱਚ ਆਉਂਦੇ ਨੇ, ਕੀ ਅਸੀਂ ਕਰਦੇ ਹਾਂ, ਇਹ ਪ੍ਰਮਾਤਮਾ ਤੈਅ ਕਰਦਾ ਹੈ। ਹੁਣ ਸਾਡੇ ਮਨ ਦੇ ਵਿੱਚ ਇਹ ਸਵਾਲ ਆਉਣਾ ਵੀ ਲਾਜ਼ਮੀ ਹੈ ਕਿ ਸਾਡੇ ਕੋਲ ਚੇਤਨਤਾ ਹੈ, ਆਪਣੀ ਜ਼ਿੰਦਗੀ ਦੇ ਫੈਸਲੇ ਅਸੀਂ ਆਪ ਕਰ ਸਕਦੇ ਹਾਂ ਤੇ ਅਸੀਂ ਕਰਦੇ ਵੀ ਹਾਂ। ਤਾਂ ਜੇ ਅਸੀਂ ਮਾੜੇ ਰਸਤੇ ਪਏ ਹਾਂ ਤਾਂ ਉਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਪਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਸਾਨੂੰ ਚੰਗੇ ਮਾੜੇ ਦਾ ਪਤਾ ਜ਼ਰੂਰ ਹੁੰਦਾ ਹੈ, ਹਰ ਇਨਸਾਨ ਨੂੰ ਹੁੰਦਾ ਹੈ। ਜਿਹੜਾ ਮਾੜੇ ਰਸਤੇ ਪੈਣ ਜਾ ਰਿਹਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਉਹ ਮਾੜੇ ਰਸਤੇ ਪੈ ਰਿਹਾ ਹੈ, ਪਰ ਉਹ ਫਿਰ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ, ਕਿਉਂਕਿ ਪ੍ਰਮਾਤਮਾ ਚਾਹੁੰਦਾ ਨਹੀਂ ਕਿ ਉਹ ਆਪਣੇ ਆਪ ਨੂੰ ਰੋਕੇ। ਉਹ ਚਾਹੁੰਦਾ ਹੈ ਕਿ ਇਹ ਮਨਮੁਖ ਹੀ ਬਣਿਆ ਰਹੇ, ਗੁਰਮੁਖ ਨਾ ਬਣੇ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮਨੁੱਖ ਆਪਣੀ ਅੱਧੋਂ ਵੱਧ ਜ਼ਿੰਦਗੀ ਮਨਮੁਖਤਾ ਦੇ ਵਿੱਚ ਗੁਜ਼ਾਰ ਦਿੰਦਾ ਹੈ, ਨਸ਼ਿਆਂ ਦੇ ਵਿੱਚ ਪਿਆ ਹੈ, ਮੰਦੇ ਕਰਮਾਂ ਦੇ ਵਿੱਚ ਪਿਆ ਹੈ, ਪਰ ਕਦੇ ਇੱਕਦਮ ਹੀ ਉਹਨੂੰ ਸੋਝੀ ਆ ਜਾਂਦੀ ਹੈ। ਉਸ ਤੋਂ ਪਹਿਲਾਂ ਉਹਦੇ ਜੋ ਰਿਸ਼ਤੇਦਾਰ ਨੇ, ਉਹਦੇ ਪਰਿਵਾਰਕ ਮੈਂਬਰ ਨੇ, ਮਿੱਤਰ ਨੇ, ਬੜੀ ਕੋਸ਼ਿਸ਼ ਕਰਦੇ ਹਨ ਉਹਨੂੰ ਸਮਝਾਉਣ ਦੀ ਕਿ ਤੂੰ ਗਲਤ ਰਸਤੇ 'ਤੇ ਹੈ, ਤੂੰ ਮੁੜਿਆ, ਪਰ ਉਹ ਨਹੀਂ ਮੁੜਦਾ। ਤੇ ਕਈ ਵਾਰ
ਅਚਨਚੇਤ ਹੀ ਉਹਦਾ ਹਿਰਦੇ ਪਰਿਵਰਤਨ ਹੋ ਜਾਂਦਾ ਹੈ, ਉਹਨੂੰ ਸਭ ਕਾਸੇ ਦੀ ਸਮਝ ਪੈ ਜਾਂਦੀ ਹੈ, ਮਾੜੇ ਰਸਤੇ ਤੋਂ ਵਾਪਸ ਮੁੜਿਆ ਆਉਂਦਾ ਹੈ। ਤਾਂ ਇਹਨਾਂ ਚੀਜ਼ਾਂ ਨੂੰ ਅਸੀਂ ਕਿਸੇ ਵੀ ਹੋਰ ਢੰਗ ਦੇ ਨਾਲ ਐਕਸਪਲੇਨ ਨਹੀਂ ਕਰ ਸਕਦੇ ਕਿ ਇਹ ਅਕਲ ਜੋ ਹੈ ਉਸ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਹੀ ਹੁੰਦੀ ਹੈ। ਜਦ ਤੱਕ ਨਹੀਂ ਆਉਂਦੀ ਤਾਂ ਨਹੀਂ ਹੀ ਆਉਂਦੀ, ਤੇ ਜਦ ਆ ਜਾਂਦੀ ਹੈ ਤਾਂ ਅਚਨਚੇਤ ਹੀ ਆ ਜਾਂਦੀ ਹੈ। ਨਿਰਭਰ ਕਰਦਾ ਕਿ ਪਰਮਾਤਮਾ ਸਾਡੇ ਤੇ ਕਦ ਮਿਹਰਬਾਨ ਹੁੰਦਾ ਹੈ। ਸੋ ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ, ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਨਾਨਕ ਨਿਰਭਉ ਹੋ ਕੇ ਬਿਨਾਂ ਕਿਸੇ ਡਰ ਦੇ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਤੇ ਜਿਹੜੇ ਉਹਦੀ ਨਿੰਦਾ ਕਰਦੇ ਨੇ ਉਹਨਾਂ ਦੀ ਇੱਜ਼ਤ ਪਰਮਾਤਮਾ ਆਪ ਖੋਹ ਲੈਂਦਾ ਹੈ, ਉਹਨਾਂ ਦੀ ਇੱਜ਼ਤ ਆਪ ਗਵਾ ਦਿੰਦਾ ਹੈ। ਸੋ ਇਸ ਦੇ ਨਾਲ ਹੀ ਅੱਜ ਦੇ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਪਹਿਲੇ ਹੀ ਸ਼ਬਦ ਦੇ ਵਿੱਚ ਜੋ ਅਸੀਂ ਪੜ੍ਹਿਆ ਸੀ, ਬੜੀਆਂ ਵਧੀਆ ਚੀਜ਼ਾਂ ਸਨ ਕਿ ਜਦ ਅਸੀਂ ਪਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਵਸਾ ਲਿਆ ਤਾਂ ਕਰੋੜਾਂ ਤੀਰਥ ਇਸ਼ਨਾਨਾਂ ਦਾ ਸੁੱਖ ਵੀ ਅਸੀਂ ਹਾਸਲ ਕਰ ਲੈਂਦੇ ਹਾਂ, ਅਰਬਾਂ ਖਰਬਾਂ ਦੇ ਦਾਨ ਦਾ ਪੁੰਨ ਵੀ ਅਸੀਂ ਹਾਸਲ ਕਰ ਲੈਂਦੇ ਹਾਂ, ਅਨੇਕਾਂ ਹੀ ਪ੍ਰਕਾਰ ਦੇ ਜਪਾਂ ਤਪਾਂ ਦਾ ਲਾਭ ਵੀ ਸਾਨੂੰ ਮਿਲ ਜਾਂਦਾ ਹੈ, ਬਹੁਤ ਸਾਰੇ ਸ਼ਾਸਤਰਾਂ ਦਾ ਗਿਆਨ ਵੀ ਸਾਨੂੰ ਮਿਲ ਜਾਂਦਾ ਹੈ। ਸੋ ਉਹ ਸਭ ਕੁਝ ਕਰਨ ਦੀ ਬਜਾਏ ਸਾਨੂੰ ਇਸ ਗੱਲ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਕਿ ਅਸੀਂ ਉਸ ਪਰਮਾਤਮਾ ਦਾ ਨਾਮ ਸਿਮਰੀਏ, ਉਹਨੂੰ ਆਪਣੇ ਮਨ ਦੇ ਵਿੱਚ ਵਸਾਈਏ, ਪਰਮਾਤਮਾ ਦੀ ਯਾਦ ਨੂੰ ਆਪਣੇ ਚੇਤੇ ਦੇ ਵਿੱਚ ਗੂੜਾ ਕਰੀਏ, ਇੰਨਾ ਗੂੜਾ ਕਰੀਏ ਕਿ ਇੱਕ ਇੱਕ ਪਲ ਸਾਨੂੰ ਉਹ ਯਾਦ ਰਵੇ। ਸਾਡੀ ਜ਼ਿੰਦਗੀ ਦੇ ਇੱਕ ਇੱਕ ਪਲ ਦੇ ਵਿੱਚ ਘਟਣ ਵਾਲੀਆਂ ਘਟਨਾਵਾਂ ਦੇ ਪਿੱਛੇ ਸਾਨੂੰ ਉਸ ਪਰਮਾਤਮਾ ਦਾ ਹੱਥ ਨਜ਼ਰ ਆਵੇ। ਸਾਡੀ ਮੈਂ ਮੁੱਕੇ, ਜੋ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਚੰਗੀਆਂ ਚੀਜ਼ਾਂ ਲਈ ਵੀ ਤੇ ਮਾੜੀਆਂ ਲਈ ਵੀ, ਬਲਕਿ ਅਕਸਰ ਅਜਿਹਾ ਹੁੰਦਾ ਕਿ ਮਾੜੀਆਂ ਚੀਜ਼ਾਂ ਜਾਂ ਮਾੜੇ ਫੈਸਲਿਆਂ ਤੋਂ ਅਸੀਂ ਕਿਤੇ ਨਾ ਕਿਤੇ ਕੰਨੀ ਕਤਰਾ ਜਾਂਦੇ ਹਾਂ, ਪਰ ਫਿਰ ਵੀ ਅੰਦਰੇ ਅੰਦਰ ਸਾਨੂੰ ਪਤਾ ਹੁੰਦਾ ਹੈ ਕਿ ਇਹ ਮੈਂ ਫੈਸਲਾ ਲਿਆ ਸੀ ਤੇ ਤਾਂ ਇਹ ਗਲਤੀ ਹੋਈ ਹੈ, ਜਾਂ ਤਾਂ ਇਹ ਮਾੜੀ ਘਟਨਾ ਮੇਰੀ ਜ਼ਿੰਦਗੀ ਦੇ ਵਿੱਚ ਘਟੀ ਹੈ, ਤਾਂ ਉੱਥੋਂ ਵੀ ਅਸੀਂ ਮੈਂ ਨੂੰ ਖਤਮ ਕਰਨਾ ਹੈ। ਤਾਂ ਸਾਡੇ ਮਨ ਦੇ ਵਿੱਚ ਸਦਾ ਇਹ ਖਿਆਲ ਹੋਣਾ ਚਾਹੀਦਾ ਹੈ ਕਿ ਮੈਂ ਇਹ ਫੈਸਲਾ ਲਿਆ ਕਿਉਂਕਿ ਪਰਮਾਤਮਾ ਨੇ ਮੈਨੂੰ ਅਕਲ ਹੀ ਇੰਨੀ ਕੁ ਬਖਸ਼ੀ ਹੈ ਕਿ ਮੈਂ ਇਹ ਫੈਸਲਾ ਹੀ ਲੈ ਸਕਿਆ, ਦੂਜਾ ਨਹੀਂ ਲੈ ਸਕਿਆ। ਤੇ ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਸਾਨੂੰ ਚੰਗੀ ਅਕਲ ਬਖਸ਼, ਤਾਂ ਕਿ ਅਸੀਂ ਚੰਗੇ ਫੈਸਲੇ ਲੈ ਸਕੀਏ, ਕਿ ਸਾਡੇ 'ਤੇ ਮਿਹਰ ਕਰਿਆ ਕਰ। ਦੁਨਿਆਵੀ ਚੀਜ਼ਾਂ ਦੀ ਮੰਗ ਨਾਲੋਂ ਇਸ ਚੀਜ਼ ਦੀ ਮੰਗ ਕਰਨੀ ਚਾਹੀਦੀ ਹੈ। ਸੋ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਦੀ ਬਾਣੀ ਦੇ ਨਾਲ ਜੁੜੇ ਹੋਏ ਹੋ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ, ਤੇ ਬਿਨਾਂ ਕਹੇ ਤੁਸੀਂ ਅੱਗੇ ਲੋਕਾਂ ਤੱਕ ਇਸ ਚੀਜ਼ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਬਹੁਤ ਸ਼ਲਾਘਾਯੋਗ ਹੈ। ਪਰਮਾਤਮਾ ਸਾਡੇ ਸਭਨਾਂ 'ਤੇ ਆਪਣੀ ਮਿਹਰ ਇਸੇ ਪ੍ਰਕਾਰ ਹੀ ਬਣਾਈ ਰੱਖੇ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।